Hello students, hope you all are well and staying safe and healthy at home. Students, in this period of COVID-19, we must wash our hands for at least 20 seconds, wear masks, keeping the social distancing and using sanitizers. ਸੋ ਅੱਜ ਦਾ ਜੋ ਸਾਡਾ ਟੌਪਿਕ ਹੈ that is organic coating। ਇਹ ਵੀ ਇੱਕ ਮੈਟੈਲਿਕ ਕੋਟਿੰਗ ਦਾ ਪਾਰਟ ਹੈ। ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਆਰਗੈਨਿਕ ਕੋਟਿੰਗ ਹੁੰਦੀ ਕੀ ਹੈ। ਆਰਗੈਨਿਕ ਕੋਟਿੰਗ ਦੇ ਵਿੱਚ ਕੀ ਹੁੰਦਾ, ਅਸੀਂ ਇੱਕ ਮੈਟਲ ਦੇ ਉੱਪਰ ਜਾਂ ਨਾਨ ਮੈਟਲ ਦੇ ਉੱਪਰ ਆਪਾਂ ਕੋਟਿੰਗ ਕਰਦੇ ਹਾਂ, ਪਰ ਉਹ ਜਿਹੜੀ ਆਪਾਂ ਕੋਟਿੰਗ ਕਰਾਂਗੇ ਉਹਦੇ ਜਿਹੜੇ ਮੇਨ ਇਨਗਰੀਡੀਐਂਟਸ ਹੋਣਗੇ ਉਹ ਅਸੀਂ ਐਨੀਮਲਸ ਤੋਂ ਜਾਂ ਪਲਾਂਟਸ ਤੋਂ ਆਪਾਂ ਆਬਟੇਨ ਕਰਦੇ ਹਾਂ ਮੇਨ ਇਨਗਰੀਡੀਐਂਟਸ, ਜਾਂ ਆਪਾਂ ਇੱਦਾਂ ਦੇ ਕੰਪਾਊਂਡਸ ਯੂਜ਼ ਕਰਦੇ ਹਾਂ ਜਿਹੜੇ ਕਿ ਕਾਰਬਨ ਦੇ ਵਿੱਚ ਜ਼ਿਆਦਾ ਰਿਚ ਹੋਣ, ਜਾਂ ਦੋਜ਼ ਕੰਪਾਊਂਡਸ ਵਿਚ ਆਰ ਸਟਰੋਂਗ ਇਨ ਕਾਰਬਨ, ਜਿੱਦਾਂ ਪੇਂਟ ਹੋ ਗਏ, ਵਾਰਨਿਸ਼ ਹੋ ਗਈ, ਇਨੈਮਲਸ ਹੋ ਗਏ ਜਾਂ ਸ਼ੈਲਕਸ ਹੋ ਗਏ, ਸਾਨੂੰ ਇਨਸੈਕਟਸ ਤੋਂ ਮਿਲਦੇ ਹੈ। ਆਲ ਥੀਸ ਆਰ ਯੂਜ਼ਡ ਐਜ਼ ਦਾ ਆਰਗੈਨਿਕ ਕੋਟਿੰਗਸ। ਇਹਦੇ ਨਾਲ ਕੀ ਹੋਏਗਾ, ਇਟ ਕਵਰਸ ਦਾ ਮੈਟਲ ਸਰਫੇਸ ਵਿਦ ਦਾ ਆਰਗੈਨਿਕ ਲੇਅਰ। ਇੱਕ ਆਰਗੈਨਿਕ ਦੀ ਲੇਅਰ ਅਸੀਂ ਮੈਟਲ ਸਰਫੇਸ ਦੇ ਉੱਪਰ ਚੜਾ ਦਿੰਦੇ ਆ, ਕਵਰਿੰਗ ਕਰ ਦਿੰਦੇ ਆ ਮੈਟਲ ਸਰਫੇਸ ਨੂੰ ਇੱਕ ਲੇਅਰ ਦੇ ਨਾਲ। ਉਹ ਲੇਅਰ ਕੀ ਕਰੇਗੀ, ਦੈਟ ਪ੍ਰੀਵੈਂਟਸ ਦਾ ਡਾਇਰੈਕਟ ਕੰਟੈਕਟ ਬਿਟਵੀਨ ਦਾ ਮੈਟਲ ਸਰਫੇਸ ਐਂਡ ਸਰਾਊਂਡਿੰਗ ਐਟਮੋਸਫੀਅਰ। ਉਹ ਜਿਹੜੀ ਲੇਅਰ ਦੇ ਨਾਲ ਅਸੀਂ ਮੈਟਲ ਸਰਫੇਸ ਨੂੰ ਕਵਰ ਕੀਤਾ, ਉਹ ਹੁਣ ਇਨਵਾਇਰਨਮੈਂਟ ਔਰ ਉਸ ਮੈਟਲ ਸਰਫੇਸ ਦੇ ਡਾਇਰੈਕਟ ਇਨ ਕੰਟੈਕਟ ਦੋਨਾਂ ਦੇ ਵਿਚਕਾਰ ਨਹੀਂ ਰਹੇਗਾ। ਉਹ ਪ੍ਰੀਵੈਂਟ ਕਰੇਗੀ ਇੱਕ ਮੈਟਲ ਦਾ ਸਰਫੇਸ ਔਰ ਇਨਵਾਇਰਨਮੈਂਟਲ ਕੰਡੀਸ਼ਨਸ ਨੂੰ, ਸਰਾਊਂਡਿੰਗ ਐਟਮੋਸਫੀਅਰ ਨੂੰ ਆਪਾਂ ਕੀ ਕੀਤਾ, ਉਹਨਾਂ ਦੇ ਡਾਇਰੈਕਟ ਕੰਟੈਕਟ ਨਹੀਂ ਹੈ, ਉਹਨਾਂ ਨੂੰ ਅਸੀਂ ਪ੍ਰੀਵੈਂਟ ਕਰ ਦਿੱਤਾ ਉਹ ਲੇਅਰ ਚੜਾ ਕੇ। ਉਹਦੇ ਨਾਲ ਐਕਚੁਅਲੀ ਹੋਏਗਾ ਕਿ ਉਹਦੇ ਨਾਲ ਤੁਹਾਡੀ ਕਰੋਜ਼ਨ ਰੈਜ਼ਿਸਟੈਂਟ, ਵੀਅਰ ਰੈਜ਼ਿਸਟੈਂਟ, ਐਸਿਡ ਰੈਜ਼ਿਸਟੈਂਟ, ਵਾਟਰ ਰੈਜ਼ਿਸਟੈਂਟ ਸਾਰੀਆਂ ਜਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਇਹ ਇਨਕਰੀਜ਼ ਕਰ ਜਾਂਦੀਆਂ ਇਸ ਆਰਗੈਨਿਕ ਕੋਟਿੰਗ ਪ੍ਰੋਸੈਸ ਦੇ ਨਾਲ। ਇੰਪੋਰਟੈਂਸ ਆਫ ਆਰਗੈਨਿਕ ਕੋਟਿੰਗਸ ਕੀ ਹੈ, ਪ੍ਰੋਟੈਕਸ਼ਨ ਅਗੇਂਸਟ ਕਰੋਜ਼ਨ। ਠੀਕ ਹੈ ਜੀ, ਅਸੀਂ ਕਰੋਜ਼ਨ ਤੋਂ ਬਚਾਉਂਦੇ ਹਾਂ, ਸਰਫੇਸ ਦੀ ਫਿਨਿਸ਼ ਅੱਛੀ ਆ ਜਾਂਦੀ ਹੈ ਕੋਟਿੰਗ ਕਰਨ ਤੋਂ ਬਾਅਦ। ਜੋ ਤੁਹਾਡਾ ਸਰਫੇਸ ਹੁੰਦਾ ਉਹਦੀ ਅਪੀਅਰੈਂਸ ਅੱਛੀ ਆਉਂਦੀ ਹੈ। ਜਿੱਦਾਂ ਤੁਸੀਂ ਮੈਟਲ ਦੇ ਉੱਪਰ ਜਾਂ ਨਾਨ ਮੈਟਲ ਦੇ ਉੱਪਰ ਕੋਟਿੰਗ ਕਰ ਦਿੱਤੀ, ਤੁਸੀਂ ਪੇਂਟ ਕਰ ਦਿੱਤਾ ਜਾਂ ਵਾਰਨਿਸ਼ ਕਰ ਦਿੱਤੀ, ਉਹਦੇ ਵਿੱਚ ਇੱਕ ਅੱਛੀ ਅਪੀਅਰੈਂਸ ਆਏਗੀ, ਇੱਕ ਐਸਥੈਟਿਕ ਲੁੱਕ ਆਏਗੀ। ਡਿਊਰਾਬਿਲਿਟੀ ਨੂੰ ਇਨਕਰੀਜ਼ ਕਰ ਦਿੰਦਾ। ਔਰ ਰੈਜ਼ਿਸਟੈਂਟ ਪ੍ਰੋਪਰਟੀਜ਼, ਜਿੱਦਾਂ ਆਪਾਂ ਹੁਣੇ ਗੱਲ ਕੀਤੀ ਕਿ ਐਸਿਡ ਰੈਜ਼ਿਸਟੈਂਟ ਹੈ, ਚਾਹੇ ਉਹ ਵਾਟਰ ਰੈਜ਼ਿਸਟੈਂਟ ਹੈ, ਚਾਹੇ ਉਹ ਟੈਂਪਰੇਚਰ ਰੈਜ਼ਿਸਟੈਂਟ ਹੈ, ਇਹ ਸਾਰੀਆਂ ਪ੍ਰੋਪਰਟੀਜ਼ ਨੂੰ ਇਨਕਰੀਜ਼ ਕਰ ਦਿੰਦੇ ਆ ਯੂਜ਼ਿੰਗ ਆਰਗੈਨਿਕ ਕੋਟਿੰਗ। ਸੋ ਆਰਗੈਨਿਕ ਕੋਟਿੰਗਸ ਦੇ ਵਿੱਚ ਸਾਡਾ ਫਸਟ ਪਾਰਟ ਹੈ ਆਇਲ ਬੇਸਡ ਪੇਂਟਸ। ਆਇਲ ਬੇਸਡ ਪੇਂਟਸ ਪਹਿਲਾਂ ਦੇਖ ਲੈਂਦੇ ਆ। ਥੀਸ ਆਰ ਦਾ ਹਾਰਡ ਵੇਅਰਿੰਗ ਪ੍ਰੋਪਰਟੀਜ਼ ਇਹਨਾਂ ਦੇ ਵਿੱਚ ਹੁੰਦੀਆਂ। ਲਿਊਮੀਨਸ ਕਲਰਸ, ਬ੍ਰਾਈਟ ਕਲਰਸ ਹੁੰਦੇ ਹੈ, ਸ਼ਾਈਨਿੰਗ ਕਲਰਸ ਹੁੰਦੇ ਆ ਆਇਲ ਬੇਸਡ ਪੇਂਟਸ ਦੇ ਵਿੱਚ। ਤਾਂ ਡਿਜ਼ਾਇਰੇਬਲ ਫॉर ਬੋਥ ਇੰਟੀਰੀਅਰ ਐਂਡ ਐਕਸਟੀਰੀਅਰ, ਦੋਨਾਂ ਵਾਸਤੇ, ਚਾਹੇ ਇੰਟੀਰੀਅਰ ਹੈ ਚਾਹੇ ਐਕਸਟੀਰੀਅਰ ਹੈ, ਦੋਨਾਂ ਦੇ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂ ਆਇਲ ਬੇਸਡ ਪੇਂਟਸ। ਫਿਨਿਸ਼ਿੰਗ ਅੱਛੀ ਆਉਂਦੀ ਹੈ। ਪ੍ਰੋਟੈਕਸ਼ਨ ਆਫ ਵੁੱਡ ਇਨ ਬਿਲਡਿੰਗਸ, ਵੁੱਡ ਦੇ ਉੱਪਰ ਜਦੋਂ ਆਪਾਂ ਵਾਰਨਿਸ਼ ਫੇਰਦੇ ਹਾਂ ਜਾਂ ਆਪਾਂ ਕੋਈ ਪੇਂਟ ਕਰ ਦਿੰਦੇ ਹਾਂ ਤਾਂ ਉਹਨੂੰ ਪ੍ਰੋਟੈਕਸ਼ਨ ਮਿਲ ਜਾਂਦੀ ਹੈ ਔਰ ਇੱਕ ਫਿਨਿਸ਼ਿੰਗ ਵੀ ਅੱਛੀ ਆਉਂਦੀ ਹੈ। ਮੈਟਲ ਸਰਫੇਸਿਸ ਜਿੱਦਾਂ ਸ਼ਿਪਸ ਹੋ ਗਏ, ਬ੍ਰਿਜਿਸ ਹੋ ਗਏ, ਹੁਣ ਜਿੱਦਾਂ ਸ਼ਿਪ ਹੈ ਜਾਂ ਬ੍ਰਿਜ ਹੈ, ਸ਼ਿਪ ਮੋਸਟਲੀ ਪਾਣੀ ਦੇ ਵਿੱਚ ਰਹਿੰਦਾ ਤਾਂ ਉਹਦੇ ਵਿੱਚ ਵਾਟਰ ਰੈਜ਼ਿਸਟੈਂਟ ਪ੍ਰੋਪਰਟੀ ਹੋਣੀ ਚਾਹੀਦੀ ਹੈ। ਸੋ ਉਹਦੇ ਵਿੱਚ, ਉਹਦੇ ਵਾਸਤੇ ਵੀ ਕੀ ਹੈ, ਆਪਾਂ ਪੇਂਟ ਕਰਦੇ ਹਾਂ, ਆਇਲ ਬੇਸ ਪੇਂਟਸ ਦਾ ਯੂਜ਼ ਕਰਦੇ ਹਾਂ। ਜਾਂ ਬ੍ਰਿਜ ਹੈ ਉਹਦੇ ਵਾਸਤੇ ਵੀ ਅਸੀਂ ਆਇਲ ਬੇਸ ਪੇਂਟਸ ਯੂਜ਼ ਕਰਦੇ ਹਾਂ। ਜਾਂ ਹੋਰ ਡੈਕੋਰੇਟਿਵ ਆਈਟਮਸ ਜਿੱਦਾਂ ਹੋ ਗਈਆਂ ਉਹਨਾਂ ਦੇ ਉੱਪਰ ਵੀ ਆਪਾਂ ਪੇਂਟਿੰਗ ਕਰ ਸਕਦੇ ਹਾਂ। ਸਟੀਲ ਸਟਰਕਚਰਸ ਹੋ ਗਏ, ਉਹਨਾਂ ਦੇ ਉੱਪਰ ਵੀ ਪੇਂਟਿੰਗ ਕੀਤੀ ਜਾ ਸਕਦੀ ਹੈ, ਦੈਟ ਇਜ਼ ਦਾ ਆਇਲ ਬੇਸ ਪੇਂਟਸ। ਹੁਣ ਆਇਲ ਬੇਸ ਪੇਂਟਸ ਦੇ ਕਿਹੜੇ ਕਿਹੜੇ ਕਨਸਟੀਟੂਐਂਟਸ ਹੋਣਗੇ, ਕੀ ਹੋਏਗਾ ਉਸ ਪੇਂਟ ਦੇ ਵਿੱਚ। ਸਭ ਤੋਂ ਪਹਿਲਾਂ ਆਉਂਦਾ ਜੀ ਬੇਸ। ਜੋ ਬੇਸ ਹੁੰਦਾ ਪੇਂਟ ਦੇ ਵਿੱਚ, ਦੈਟ ਇਜ਼ ਦਾ ਮੇਨ ਬੋਡੀ ਆਫ ਦਾ ਪੇਂਟ। ਇਟ ਇਜ਼ ਦਾ ਮੇਨ ਬੋਡੀ ਆਫ ਦਾ ਪੇਂਟ। ਇਹ ਕੀ ਕਰਦਾ, ਇਹ ਸਟਰੈਂਥ ਨੂੰ ਪ੍ਰੋਵਾਈਡ ਕਰਦਾ ਟੂ ਦਾ ਡਰਾਈ ਫਿਲਮ। ਜਿਹੜੀ ਅਸੀਂ ਇੱਕ ਡਰਾਈ ਫਿਲਮ ਹੋਏਗੀ ਮੈਟਲ ਸਰਫੇਸ ਦੇ ਉੱਪਰ, ਉਹਨੂੰ ਸਟਰੈਂਥ ਪ੍ਰੋਵਾਈਡ ਕਰੇਗਾ ਬੇਸ। ਇਟ ਪ੍ਰੋਵਾਈਡਸ ਦਾ ਸਟਰੈਂਥ ਕਿਹਨੂੰ, ਟੂ ਦਾ ਡਰਾਈ ਫਿਲਮ ਐਟ ਦਾ ਮੈਟਲ ਸਰਫੇਸ। ਹਾਰਡ ਐਂਡ ਵੀਅਰ ਰੈਜ਼ਿਸਟੈਂਟ ਹੈ ਔਰ ਪ੍ਰੀਵੈਂਟਸ ਫਰੋਮ ਕ੍ਰੈਕਿੰਗ, ਕ੍ਰੈਕਸ ਪੈਦਾ ਹੋਣ ਤੋਂ ਬਚਾਉਂਦਾ, ਮੈਟਲ ਸਰਫੇਸ ਨੂੰ ਪ੍ਰੀਵੈਂਟ ਕਰਦਾ। ਆਪਾਂ ਰੈੱਡ ਲੈਡ ਯੂਜ਼ ਕਰ ਸਕਦੇ ਹਾਂ, ਵਾਈਟ ਲੈਡ ਯੂਜ਼ ਕਰ ਸਕਦੇ ਹਾਂ, ਆਇਰਨ ਆਕਸਾਈਡ ਯੂਜ਼ ਕਰ ਸਕਦੇ ਹਾਂ। ਜਿੱਦਾਂ ਰੈੱਡ ਲੈਡ ਆਪਾਂ ਮੋਸਟਲੀ ਯੂਜ਼ ਕਰ ਸਕਦੇ ਹਾਂ ਆਇਰਨ ਵਰਕ ਦੇ ਵਾਸਤੇ, ਜਾਂ ਅਸੀਂ ਵਾਈਟ ਲੈਡ ਯੂਜ਼ ਕਰ ਸਕਦੇ ਹਾਂ ਵੁੱਡ ਵਰਕ ਦੇ ਵਾਸਤੇ। ਸੋ ਦੈਟ ਇਜ਼ ਦਾ ਬੇਸ, ਮੀਨਸ ਮੇਨ ਬੋਡੀ ਆਫ ਦਾ ਪੇਂਟ ਐਂਡ ਪ੍ਰੋਵਾਈਡਸ ਦਾ ਸਟਰੈਂਥ ਟੂ ਦਾ ਡਰਾਈ ਫਿਲਮ। ਔਰ ਕ੍ਰੈਕਿੰਗ ਤੋਂ ਸਾਨੂੰ ਕੀ ਕਰੇਗਾ, ਜਿਹੜਾ ਬੇਸ ਹੋਏਗਾ ਉਹ ਕ੍ਰੈਕਸ ਪੈਣ ਤੋਂ ਪ੍ਰੀਵੈਂਟ ਕਰਦਾ ਮੈਟਲ ਸਰਫੇਸ ਨੂੰ। ਨੈਕਸਟ ਪਾਰਟ ਇਜ਼ ਯਰ ਕਨਸਟੀਟੂਐਂਟ ਇਜ਼ ਪਿਗਮੈਂਟ। ਪਿਗਮੈਂਟ ਜਿਹੜਾ ਹੁੰਦਾ ਸਾਡੇ ਕੋਲ ਅਲੱਗ-ਅਲੱਗ ਕਲਰਸ ਦੇ ਵਿੱਚ ਅਵੇਲੇਬਲ ਹੁੰਦਾ ਪਿਗਮੈਂਟ। ਡਿਫਰੈਂਟ ਕਲਰਸ ਆਰ ਮਿਕਸਡ ਇਨ ਦਾ ਪੇਂਟਸ। ਔਰ ਇੱਕ ਬੈਟਰ ਅਪੀਅਰੈਂਸ ਦੇ ਵਾਸਤੇ ਅਸੀਂ ਪਿਗਮੈਂਟਸ ਨੂੰ ਯੂਜ਼ ਕਰਦੇ ਹਾਂ, ਇੱਕ ਅੱਛੀ ਲੁੱਕ ਦੇ ਵਾਸਤੇ ਪਿਗਮੈਂਟ ਨੂੰ ਯੂਜ਼ ਕਰਦੇ ਹਾਂ। ਜਿੱਦਾਂ ਸਾਡੇ ਕੋਲ ਟਾਈਟੇਨੀਅਮ ਆਕਸਾਈਡ ਹੈ, ਸਾਡੇ ਕੋਲ ਕ੍ਰੋਮ ਗ੍ਰੀਨ ਹੈ, ਸਾਡੇ ਕੋਲ ਰੈੱਡ ਲੈਡ ਹੈ, ਇਹ ਕੁਝ ਐਗਜ਼ਾਮਪਲਸ ਹੈ ਪਿਗਮੈਂਟ ਦੀਆਂ।
पिगमेंट की होएगा की करेगा कॉन्स्टिट्यूएंट जी, इट डिफरेंट कलर्स आर मिक्सड इन द पेंट्स। एक बैटर अपीयरेंस के वास्ते असी अलग अलग तरह के कलर जिहड़े होणगे वो आपां मिक्स करते हैं पेंट के वास्ते, सो दैट इज द पिगमेंट। नैक्सट इज योर वाइकल। वाइकल की करेगा, हुण आपां बेस देखिया और पिगमेंट। बेस और पिगमेंट नूं जो चीज़ बाइंड करके रखती है, एक बाइंडर का काम करता, दैट इज द वाइकल। मीनस इट एक्ट्स एज ए बाइंडर बिटवीन द बेस एंड द पिगमेंट। इट बाइंड्स द पिगमेंट टू द बेस। ਅਸੀਂ ਲਿਨਸੀਡ ਆਇਲ यूज़ कर सकते हैं, ਅਸੀਂ टंग ऑयल यूज़ कर सकते हैं, नट ऑयल कैन बी यूज्ड फॉर एज ए वाइकल। नैक्सट इज योर सॉल्वेंट। सॉल्वेंट ਆਪਾਂ ਦੇਖਦੇ ਹਾਂ ਜਦੋਂ ਵੀ ਆਪਾਂ ਪੇਂਟ ਕਰਦੇ ਹਾਂ ਅਸੀਂ ਇੱਕ ਥਿਨਰ ਐਡ ਕਰਦੇ ਹਾਂ ਉਹਦੇ ਵਿੱਚ, ਇਹਨੂੰ ਆਪਾਂ ਥਿਨਰ ਵੀ ਕਹਿੰਦੇ ਹਾਂ। ਅਸੀਂ ਇੱਕ ਸੋਲਵੈਂਟ ਐਡ ਕਰਦੇ ਹਾਂ, ਇਹ ਕਰਦਾ ਕੀ ਹੈ, ਇਹ ਨਾ ਪੇਂਟ ਨੂੰ ਸਰਫੇਸ ਦੇ ਉੱਪਰ ਈਜ਼ੀਲੀ ਸਪਰੈਡ ਕਰਦਾ। ਆਪਾਂ ਐਡ ਕਰਦੇ ਹਾਂ ਤਾਂ ਜੋ ਜਿਹੜਾ ਸਾਡਾ ਪੇਂਟ ਹੈ ਉਹ ਕਿਸੇ ਵੀ ਸਰਫੇਸ ਦੇ ਉੱਪਰ ਈਜ਼ੀਲੀ ਸਪਰੈਡ ਹੋ ਸਕੇ, ਮਤਲਬ ਉਸ ਚੀਜ਼ ਦੀ ਫਲੂਇਡਿਟੀ ਨੂੰ ਇਨਕਰੀਜ਼ ਕਰ ਦਿੰਦਾ ਸੋਲਵੈਂਟ। ਮਤਲਬ ਇੱਕ ਥਿਨਰ ਨੂੰ ਆਪਾਂ ਪੇਂਟ ਦੇ ਵਿੱਚ ਐਡ ਅਪ ਕਰਦੇ ਹਾਂ, ਜਿਹਦੇ ਨਾਲ ਕੀ ਹੋਏਗਾ, फ्लूइडिटी इंक्रीज हो जाएगी और जो साडा पेंट होएगा उस मैटल सरफेस के ऊपर या उस सरफेस के ऊपर वो ईजीली स्प्रैड हो जाएगा। असी टर्पेंटाइन ऑयल यूज़ कर सकते हैं, असी बेंजीन कर सकते हैं एज ए सॉल्वेंट, असी नैप्था यूज़ कर सकते हैं एज ए सॉल्वेंट। सो नैक्सट कॉन्स्टिट्यूएंट इज योर अडल्ट्रेंट। अडल्ट्रेंट की करेगा, वॉल्यूम नू एक्चुअली इंक्रीज कर दिंदा। अडल्ट्रेंट हुंदा की है, ਤੁਸੀਂ ਜਿੰਨਾ ਬੇਸ ਹੁੰਦਾ ਨਾ, ਤੁਸੀਂ ਪੇਂਟ ਦੇ ਵਿੱਚ ਜਿੰਨਾ ਆਇਲ ਬੇਸ ਪੇਂਟ ਦੇ ਵਿੱਚ ਬੇਸ ਨੂੰ ਯੂਜ਼ ਕਰਦੇ ਹੋ, ਉਹਦਾ 1/4 ਪਾਰਟ 25% ਤੁਸੀਂ ਅਡਲਟਰੈਂਟ ਉਹਦੇ ਵਿੱਚ ਐਡ ਅਪ ਕਰ ਦਿੰਦੇ ਹੋ। ਅਡਲਟਰੈਂਟ ਕੀ ਕਰਦਾ, ਉਹਦਾ ਵੋਲਿਊਮ ਇਨਕਰੀਜ਼ ਕਰ ਦਿੰਦਾ। ਔਰ ਤੁਸੀਂ ਕਿਹੜੇ ਕਿਹੜੇ ਅਡਲਟਰੈਂਟ ਯੂਜ਼ ਕਰ ਸਕਦੇ ਹੋ, ਸਿਲਿਕਾ ਪਾਊਡਰ ਹੋ ਗਿਆ, ਜਿਪਸਮ ਹੋ ਗਿਆ ਜਾਂ ਐਲੂਮੀਨੀਅਮ ਸਿਲੀਕੇਟ, ਇਹ ਤੁਸੀਂ ਸਾਰੇ ਅਡਲਟਰੈਂਟ ਨੂੰ ਯੂਜ਼ ਕਰ ਸਕਦੇ ਹੋ ਟੂ ਇਨਕਰੀਜ਼ ਦਾ ਵੋਲਿਊਮ। ਨੈਕਸਟ ਇਜ਼ योर ड्रायर। ड्रायर की करेगा, ਇਹਨੂੰ ਆਪਾਂ ਐਡ ਅਪ ਕਰਦੇ ਹਾਂ ਟੂ ਡਰਾਈ ਦਾ ਸਰਫੇਸ, ਤਾਂ ਜੋ ਜਿਹੜੇ ਸਰਫੇਸ ਦੇ ਉੱਪਰ ਆਪਾਂ ਪੇਂਟ ਕੀਤਾ ਉਹ ਈਜ਼ੀਲੀ ਡਰਾਈ ਕਰ ਜਾਏ। ਇਟ ਡਰਾਈਜ਼ ਐਕਚੁਅਲੀ ਸੋਲਵੈਂਟ ਨੂੰ ਡਰਾਈ ਕਰਦਾ ਯੂਜ਼ਿੰਗ ਥਰੂ ਆਕਸੀਡੇਸ਼ਨ। ਡਰਾਇਰ ਕੀ ਕਰੇਗਾ, ਸੋਲਵੈਂਟ ਨੂੰ ਡਰਾਈ ਕਰਦਾ ਆਕਸੀਡੇਸ਼ਨ ਦੇ ਥਰੂ, ਔਰ ਜਿੰਨਾ ਬੇਸ ਹੋਏਗਾ ਉਹਦਾ 1/10 10% ਅਸੀਂ ਬੇਸ ਦਾ ਐਡ ਅਪ ਕਰਦੇ ਹਾਂ ਐਜ਼ ਏ, ਮਤਲਬ ਡਰਾਇਰ ਅਸੀਂ 10% ਐਡ ਅਪ ਕਰਾਂਗੇ ਜਿੰਨਾ ਆਪਾਂ ਬੇਸ ਐਡ ਕਰਦੇ ਹਾਂ ਪ੍ਰੋਪੋਰਸ਼ਨੇਟਲੀ। जिंक सल्फेट ਨੂੰ ਤੁਸੀਂ ਡਰਾਇਰ ਯੂਜ਼ ਕਰ ਸਕਦੇ ਹੋ। ਦੈਨ ਇਜ਼ योर ਲੈਡ ਆਕਸਾਈਡ ਐਂਡ ਮੈਂਗਨੀਜ਼ ਸਲਫੇਟ। ਥੀਸ ਆਰ ਸਮ ਆਫ ਦ ਐਗਜ਼ਾਮਪਲਸ ਜਿਹਨੂੰ ਤੁਸੀਂ ਐਜ਼ ਏ ਡਰਾਇਰ ਆਇਲ ਬੇਸ ਪੇਂਟ ਦੇ ਵਿੱਚ ਯੂਜ਼ ਕਰ ਸਕਦੇ ਹੋ। ਸੋ 6 ਤਰ੍ਹਾਂ ਦੇ ਕਨਸਟੀਟੂਐਂਟਸ ਹੋ ਗਏ। ਫਸਟ ਇਜ਼ योर ਬੇਸ, ਦੈਟ ਇਜ਼ ਦ ਮੇਨ ਬੋਡੀ। ਦੈਨ ਇਜ਼ योर ਪਿਗਮੈਂਟ, ਜਿਹੜੇ ਡਿਫਰੈਂਟ ਕਲਰਸ ਤੁਸੀਂ ਪ੍ਰੋਵਾਈਡ ਕਰਦੇ ਹੋ ਬੈਟਰ ਅਪੀਅਰੈਂਸ ਦੇ ਵਾਸਤੇ। ਦੈਨ ਇਜ਼ योर ਵਾਈਕਲ, ਜਿਹੜਾ ਕਿ ਇੱਕ ਬਾਈਂਡਰ, ਇੱਕ ਬੇਸ ਔਰ ਪਿਗਮੈਂਟ ਨੂੰ ਬਾਈਂਡ ਕਰਕੇ ਰੱਖਦਾ। ਸੋਲਵੈਂਟ, ਥਿਨਰ यूज़ करते हो फ्लूइडिटी ਨੂੰ इंक्रीज करने के वास्ते, ताकि पेंट जो थोड़ा ईजीली स्प्रैड हो जाए मैटल सरफेस के ऊपर। दैन इज योर अडल्ट्रेंट, मीनस इट इंक्रीजेज द वॉल्यूम। 25% ऑफ द बेस इज एडिड। उस तो बाद ड्रायर, जोड़ा कि एक सॉल्वेंट ਨੂੰ ड्राई करता यूजिंग ऑक्सीडेशन, और 1/10 ऑफ द बेस आप एड अप करने हैं किसी भी ड्रायर में, मतलब 10% ऑफ द बेस असी यूज़ करांगे ड्रायर। एडवांटेजेस देख लेने ऑयल बेस पेंट्स दियाँ। इट इज़ ड्यूरेबल और सरफेस फिनिश बहुत ज़्यादा आती है। फ्यूअर कोट्स आर नीडिड टू कवर द इनपरफेक्शनस। ਹੁਣ ਅਸੀਂ ਕਿਸੇ ਵੀ ਮੈਟਲ ਸਰਫੇਸ ਨੂੰ ਆਪਾਂ ਜਦੋਂ ਪੇਂਟ ਕਰਦੇ ਹਾਂ ਤਾਂ ਉਹਦੇ ਵਿੱਚ ਇਰੈਗੂਲੈਰਿਟੀਜ਼ ਹੁੰਦੀਆਂ, ਉਹਦੇ ਵਿੱਚ ਇੰਪਰਫੈਕਸ਼ਨਸ ਹੁੰਦੀਆਂ। ਆਪਾਂ ਸਿਰਫ ਕੁਝ ਕੋਟਸ ਦੇ ਨਾਲ ਹੀ ਉਹਨਾਂ ਇੰਪਰਫੈਕਸ਼ਨਸ ਨੂੰ ਕਵਰ ਕਰ ਸਕਦੇ ਹਾਂ, ਉਹਨਾਂ ਨੂੰ ਦੂਰ ਕਰ ਸਕਦੇ ਹਾਂ। ਸ਼ਰਿੰਕੇਜ ਘੱਟ ਹੈ ਆਇਲ ਬੇਸ ਪੇਂਟਸ ਦੀ, ਔਰ ਇਹਦੀਆਂ ਵੇਅਰ ਰੈਜ਼ਿਸਟੈਂਟ ਪ੍ਰੋਪਰਟੀਜ਼ ਜ਼ਿਆਦਾ ਹੈਗੀਆਂ। ਜਿੱਦਾਂ ਆਪਾਂ ਹੋਰ ਵੀ ਮੈਟੈਲਿਕ ਕੋਟਿੰਗ ਦੇ ਵਿੱਚ ਦੇਖਿਆ, ਵੇਅਰ ਰੈਜ਼ਿਸਟੈਂਸ ਪ੍ਰੋਪਰਟੀਜ਼ ਇਨਕਰੀਜ਼ ਹੋ ਜਾਂਦੀਆਂ ਯੂਜ਼ਿੰਗ ਦਾ ਕੋਟਿੰਗ ਪ੍ਰੋਸੈਸ। डिसएडवांटेजेस ऑफ ऑयल बेस पेंट्स, स्टिकियर है, स्टिक कर जाता सरफेस के नाल, थिकर है, हार्डर टू वर्क है, उस तो बाद स्ट्रोंग ऑर्डर है, ठीक है जी, और स्मैल मीनस बहुत ज़्यादा आती है। दैन इज़ योर लाइकली टू क्रैक एंड फेड ओवर टाइम। कुछ समय तो बाद क्रैक्स आ जाते हैं या जो थोड़ा पेंट तुसी करते हो वो फेड अप हो जाता है। एंड लेबोरियस क्लीन अप प्रोसैस है ऑयल बेस पेंट्स। दैन इज़ योर रबर बेस कोटिंग्स, another part of your organic coating process। अलग अलग तरह की तुसी रबर बेस कोटिंग यूज़ करते हो। क्लोरीनेटेड रबर तुसी यूज़ कर सकते हो। these are used as the protective coatings। ज़्यादा कलर्स दे विच साडे कोल अवेलेबल नहीं होंदियां रबर बेस कोटिंग्स, एंड ज़्यादा कलर्स दे विच ना अवेलेबल होने करके इस करके आपां इन्हां नूं डेकोरेटिव आइटम्स वास्ते सूटेबल आपां नहीं कह सकते।
हाई वाटर रेजिस्टेंट प्रॉपर्टी है इन्हां दी, और हैव एसिड एंड सॉल्ट रेजिस्टेंट प्रॉपर्टीज है, और यूज फॉर मैटल सबमर्ज्ड इन वाटर। जिथे कोई भी मटीरियल है तुहाडा पानी दे विच सबमर्ज्ड है, जिथे पानी का इफैक्ट ज़्यादा आंदा, उत्थे आपां क्लोरीनेटेड रबर यूज करते हैं। क्यों? क्योंकि ये एसिड सॉल्ट रेजिस्टेंट प्रॉपर्टीज या वाटर रेजिस्टेंट प्रॉपर्टीज ज़्यादा होंदियां, तो एज ए प्रोटेक्टिव कोटिंग आपां इहनूं यूज कर सकते हैं क्लोरीनेटेड रबर में। नैक्सट इज योर हाइपलॉन। हाइपलॉन दे विच की हुंदा, एक्चुअली जो रबर बेस कोटिंग है उहदे विच जिहड़ा कैरियर होएगा ना, दैट इज वाटर। वाटर कैरियर होएगा विद ग्लाइकोल्स और ग्लाइकोल ईथर एज द सॉल्वेंट। वाटर मतलब ग्लाइकोल्स ਦੇ ਨਾਲ ਜਾਂ ग्लाइकोल ईथर एज ए सॉल्वेंट ਆਪਾਂ यूज करते हैं। ਉਹਦੇ ਵਿੱਚ ਲੈਟੈਕਸ ਨਹੀਂ ਹੁੰਦਾ, ਜਿੱਦਾਂ ਸਾਨੂੰ ਰਬਰ ਟਰੀ ਤੋਂ ਸਾਨੂੰ ਲੈਟੈਕਸ ਪ੍ਰੋਵਾਈਡ ਹੁੰਦਾ, ਇਟ ਡਸ ਨਾਟ ਕੰਟੇਨ ਦਾ ਲੈਟੈਕਸ। ਪਰ ਜਿਹੜਾ ਲੈਟੈਕਸ ਯੂਜ਼ ਹੁੰਦਾ, ਜਿੱਦਾਂ ਆਪਾਂ ਕਹਿੰਦੇ ਲੈਟੈਕਸ ਪੇਂਟਸ ਹੈ, ਉਹ ਇੱਕ ਰੈਜ਼ਿਨ ਨੂੰ ਡਿਫਾਈਨ ਕਰਦਾ। ਇਟ ਰੈਫਰਸ ਟੂ ਦਾ ਰੈਜ਼ਿਨ, ਮਤਲਬ ਬਾਈਂਡਰ। ਔਰ ਜਿੱਦਾਂ ਐਕ੍ਰੈਲਿਕ ਪੇਂਟ ਹੁੰਦੇ ਹੈ, ਠੀਕ ਹੈ, ਉਹਦੇ ਵਿੱਚ ਜੋ ਲੈਟੈਕਸ ਆਪਾਂ ਯੂਜ਼ ਕਰਦੇ ਹਾਂ, ਦੈਟ ਰੈਫਰਸ ਟੂ ਦਾ ਰੈਜ਼ਿਨ। ਹੁਣ ਹਾਈਪਲॉन ਅਨਦਰ क्लासीफिकेशन ऑफ रबर बेस कोटिंग, ये हाई रेजिस्टेंट टू डिफरेंट ऑक्सीडाइजिंग एजेंट्स है जी। हाई रेजिस्टेंट है, डिफरेंट ऑक्सीडाइजिंग एजेंट्स अवेलेबल इन वैरायटी ऑफ कलर्स, बहुत सारे कलर्स अवेलेबल है। जो क्लोरीनेटेड रबर सीगा उहदे कलर्स ज़्यादा अवेलेबिलिटी नहीं सी, पर ये कलर्स बहुत ज़्यादा अवेलेबल है। टैंपरेचर रेजिस्टेंट प्रॉपर्टी बहुत ज़्यादा हैगी है हाइपलॉन दे विच। सो ये -62 डिग्री सैल्सीयस तो लैके 155 डिग्री सैल्सीयस तक टैंपरेचर रेजिस्टेंट प्रॉपर्टी है। मीन्स बहुत ज़्यादा टैंपरेचर रेजिस्टेंट प्रॉपर्टी है, -62 डिग्री सैल्सीयस टू 155 डिग्री सैल्सीयस। एंड लास्ट वन इज योर नियोप्रीन। ये कैमिकल रेजिस्टेंट प्रॉपर्टी बहुत ज़्यादा हैगी है। अलग अलग रबर के अलग अलग तरह की प्रॉपर्टीज है, जिदा हाइपलॉन के हाई टैंपरेचर रेजिस्टेंट प्रॉपर्टी है। क्लोरीनेटेड जो सीगा पार्ट उहदे कोल वाटर रेजिस्टेंट प्रॉपर्टी बहुत ज़्यादा सीगी, एसिड एंड सॉल्ट रेजिस्टेंट प्रॉपर्टी बहुत ज़्यादा सीगी। नियोप्रीन दे विच तुहाडे कोल कैमिकल रेजिस्टेंट प्रॉपर्टी हाई है। ये मिक्सिज विद द सॉल्वेंट, सॉल्वेंट नाल मिक्स हो जाता, तो सॉल्वेंट इवैपोरेट कर जाता, और जी थिन फिल्म ऑफ नियोप्रीन इज डिपॉजिटेड ऑन द मैटल सरफेस। जो सॉल्वेंट के नाल तुसीं मिक्स करते हो नियोप्रीन नूं, की करदा, सॉल्वेंट इवैपोरेट कर जाएगा, और एक थिन फिल्म लेयर नियोप्रीन की डिपॉजिट हो जाएगी मैटल सरफेस के ऊपर। एडवांटेजेस ऑफ रबर बेस कोटिंग्स की है? क्विक ड्राइंग टाइम, सुकन दे विच इहनूं ज़्यादा टाइम नहीं लगता, ईजीली ड्राई कर जाता कुछ बहुत घट समय दे विच। ईजी टू क्लीन अप, इनू क्लीन करना ईजी है। हाई रेजिस्टेंट प्रॉपर्टीज हैगियां रबर बेस कोटिंग्स दे विच, जिद्दां आपां देखिया किसी विच वाटर, किसी विच कैमिकल रेजिस्टेंट, किसी विच टैंपरेचर रेजिस्टेंट, किसी विच एसिड एंड बेस एसिड रेजिस्टेंट प्रॉपर्टीज बहुत ज़्यादा हैगियां। इट इज़ ड्यूरेबल और इट इज़ फ्लैक्सीबल एंड लैस चांसिस ऑफ फेड। कुछ मोस्टली जिन्ना भी यूज़ करते हैं रबर बेस कोटिंग्स ही यूज़ करते हैं, बिकॉज ऑफ high resistant properties, and these coatings are more flexible as compared to other type of coatings. So this was rubber based coatings and oil based paints, and in the next lecture we will be doing some other um, process. So thank you students, hope you have understood. Thank you very much.